ਅੱਜ ਦਾ ਪ੍ਰੋਗਰਾਮ ਦੇਖ ਰਹੇ ਸਾਰੇ ਵਿਦਿਆਰਥੀਆਂ ਨੂੰ ਮੇਰੇ ਵੱਲੋਂ ਜਾਨੀ ਕਿ ਰਾਜਵਿੰਦਰ ਸਿੰਘ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ। ਅੱਜ ਦਾ ਇਹ ਲੈਸਨ 10ਵੀਂ ਕਲਾਸ ਦੇ ਵਿਦਿਆਰਥੀਆਂ ਦੇ ਲਈ ਹੈ। 10ਵੀਂ ਕਲਾਸ ਦਾ ਗਣਿਤ ਦਾ ਅਧਿਆਇ ਹੈ ਸਾਡੇ ਕੋਲ ਤ੍ਰਿਭੁਜ। ਉਸ ਦੀ ਬਹੁਤ ਹੀ ਮਹੱਤਵਪੂਰਨ ਥਿਊਰਮ, ਮਹੱਤਵਪੂਰਨ ਪ੍ਰਮੇय ਥੇਲਸ ਥਿਊਰਮ ਜਿਹਨੂੰ ਅਸੀਂ ਕਹਿੰਦੇ ਹਾਂ ਜਾਂ ਮੂਲ ਸਮਾਨ ਅਨੁਪਾਤਤਾ ਥਿਊਰਮ ਕਹਿੰਦੇ ਹਾਂ, ਉਹ ਅਸੀਂ ਅੱਜ ਦੇ ਇਸ ਲੈਸਨ ਵਿੱਚ ਕਰਾਂਗੇ। ਤਾਂ ਪ੍ਰਮੇय ਦੀ ਪਰਿਭਾਸ਼ਾ ਤੋਂ ਲੈ ਕੇ ਸਿੱਧ ਕਰਨ ਤੱਕ ਹਰ ਇੱਕ ਚੀਜ਼ ਨੂੰ ਅਸੀਂ ਸਟੈਪ ਵਾਈਜ਼ ਸਮਝਾਂਗੇ। ਠੀਕ ਹੈ। ਥਿਊਰਮ ਤੋਂ ਬਾਅਦ ਇਸੇ ਥਿਊਰਮ ਦੇ ਉੱਤੇ ਬੇਸਡ ਕੁਝ ਸਵਾਲ ਵੀ ਅਸੀਂ ਅੱਜ ਦੇ ਇਸ ਲੈਸਨ ਵਿੱਚ ਹੱਲ ਕਰਾਂਗੇ। ਠੀਕ ਹੈ ਵਿਦਿਆਰਥੀਓ, ਮੈਨੂੰ ਉਮੀਦ ਹੈ ਕਿ ਤੁਸੀਂ ਨੋਟਬੁੱਕ ਤੇ ਪੈਨ ਵਗੈਰਾ ਆਪਣੇ ਕੋਲ ਜ਼ਰੂਰ ਲੈ ਲਏ ਹੋਣਗੇ ਤਾਂ ਕਿ ਹਰ ਦੱਸੀ ਜਾਂਦੀ ਜਾਣਕਾਰੀ ਨੂੰ ਨੋਟ ਕਰ ਸਕੋ। ਤਾਂ ਆਓ ਸ਼ੁਰੂ ਕਰਦੇ ਹਾਂ ਅੱਜ ਦਾ ਲੈਸਨ। ਹਾਂਜੀ ਵਿਦਿਆਰਥੀਓ, ਤਾਂ ਇਹ ਸਾਡੇ ਕੋਲ ਸਕਰੀਨ ਤੇ ਤੁਸੀਂ ਦੇਖ ਸਕਦੇ ਹੋ, ਇਹ ਥੇਲਸ ਥਿਊਰਮ ਦੀ ਮੂਲ ਸਮਾਨ ਅਨੁਪਾਤਤਾ ਪ੍ਰਮੇय ਦੀ ਪਰਿਭਾਸ਼ਾ ਹੈ ਸਾਡੇ ਕੋਲ। ਜੇਕਰ ਕਿਸੇ ਤ੍ਰਿਭੁਜ ਦੀ ਇੱਕ ਭੁਜਾ ਦੇ ਸਮਾਨਾਂਤਰ ਬਾਕੀ ਦੋ ਭੁਜਾਵਾਂ ਨੂੰ ਭਿੰਨ-ਭਿੰਨ ਬਿੰਦੂਆਂ ਤੇ ਕੱਟਦੀ ਹੋਈ ਇੱਕ ਰੇਖਾ ਖਿੱਚੀ ਜਾਵੇ ਤਾਂ ਬਾਕੀ ਦੋ ਭੁਜਾਵਾਂ ਇੱਕ ਹੀ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਹਨ। ਠੀਕ ਹੈ, ਤਾਂ ਆਪਾਂ ਸਮਝਦੇ ਹਾਂ ਸਭ ਤੋਂ ਪਹਿਲਾਂ ਕਿ ਅਸੀਂ ਟ੍ਰਾਇੰਗਲ ਬਣਾਉਂਦੇ ਹਾਂ, ਫਿਰ ਇਹਦੀ ਸਟੈਪ ਵਾਈਜ਼ ਹਰ ਇੱਕ ਚੀਜ਼ ਆਪਾਂ ਕਰਾਂਗੇ ਕਿ ਅਸੀਂ ਇਸ ਕਥਨ ਨੂੰ ਪ੍ਰੂਵ ਕਰ ਸਕੀਏ। ਠੀਕ ਹੈ। ठीक है, तो ये साडे कोल ABC एक त्रिभुज है ABC। ठीक है, इस त्रिभुज ਦੀਆਂ ਦੋ ਭੁਜਾਵਾਂ AB ਅਤੇ AC ਨੂੰ ਦੋ ਭਿੰਨ-ਭਿੰਨ ਬਿੰਦੂਆਂ ਤੇ ਕੱਟਦੀ ਹੈ। ਹੁਣ ਅਸੀਂ ਰੇਖਾ ਖਿੱਚਾਂਗੇ ਜਿਹੜੀ ਕਿ BC ਨੂੰ ਸਮਾਨਾਂਤਰ ਹੋਏਗੀ। ਠੀਕ ਹੈ, ਠੀਕ। तो इस ਦਾ ਨਾਮ ਜਿਹੜਾ ਅਸੀਂ ਰੱਖ ਦਿੰਦੇ ਆ DE। ठीक है, तो ये साडे कोल कथन के अनुसार हो गया कि ABC त्रिभुज ਦੇ ਵਿੱਚ ਦੋ ਭੁਜਾਵਾਂ ਨੂੰ ਭਿੰਨ-ਭਿੰਨ ਬਿੰਦੂਆਂ ਤੇ ਕੱਟਦੀ ਹੋਈ ਇੱਕ ਰੇਖਾ ਅਸੀਂ ਖਿੱਚੀ ਹੈ ਜਿਹੜੀ ਕਿ ਤੀਜੀ ਭੁਜਾ ਦੇ ਸਮਾਨਾਂਤਰ ਹੈ। ठीक है, मतलब DE ਜਿਹੜਾ ਹੈ ਇਹ ਸਾਡੇ ਕੋਲ BC ਦੇ ਸਮਾਨਾਂਤਰ ਹੈ। तो ਜਦੋਂ ਵੀ ਅਸੀਂ ਕੋਈ ਵੀ ਪ੍ਰਮੇय ਨੂੰ ਸਿੱਧ ਕਰਨਾ ਹੁੰਦਾ ਉਹਦੇ 'ਚ ਸਭ ਤੋਂ ਪਹਿਲਾਂ ਅਸੀਂ ਲਿਖਦੇ ਹਾਂ ਦਿੱਤਾ ਹੈ ਗਿਵਨ, ਜੋ ਚੀਜ਼ਾਂ ਸਾਨੂੰ ਗਿਵਨ ਨੇ ਉਹ ਆਪਾਂ ਇੱਥੇ ਲਿਖਾਂਗੇ। ਉਸ ਤੋਂ ਬਾਅਦ ਜੋ ਸਿੱਧ ਕਰਨਾ ਹੈ ਉਹ ਲਿਖਾਂਗੇ, ਫਿਰ ਲੋੜ ਪਈ ਰਚਨਾ ਦਾ ਕੰਸਟਰਕਸ਼ਨ ਤੇ ਉਸ ਤੋਂ ਬਾਅਦ ਪ੍ਰੂਫ। ਠੀਕ ਹੈ, ਤੇ ਸਾਨੂੰ ਇੱਕ ਤ੍ਰਿਭੁਜ ABC ਦਿੱਤੀ ਗਈ ਹੈ। ਸਾਨੂੰ ਇੱਕ ਤ੍ਰਿਭੁਜ ABC ਦਿੱਤੀ ਗਈ ਹੈ ਜਿਸ ਵਿੱਚ ਭੁਜਾ BC ਦੇ ਸਮਾਨਾਂਤਰ ਭੁਜਾ BC ਦੇ ਸਮਾਨਾਂਤਰ ਖਿੱਚੀ ਗਈ ਇੱਕ ਰੇਖਾ ਬਾਕੀ ਦੋ ਭੁਜਾਵਾਂ AB ਅਤੇ AC ਨੂੰ ਕ੍ਰਮਵਾਰ ਬਿੰਦੂ D ਅਤੇ E ਉੱਤੇ ਕੱਟਦੀ ਹੈ। ठीक है, तो जिवें सानू क्वेश्चन जिवें सानू कथन दे विच किया गया सी, स्टेटमेंट दे विच किया गया है कि किसी त्रिभुज की एक भुजा के समानांतर बाकी दो भुजावां नूं भिन्न-भिन्न बिंदुओं ते कटदी हुई एक रेखा खिंची जाए। तो ये साडे कोल ABC त्रिभुज है, इहदे विच BC भुजा के समानांतर असीं एक रेखा जिहड़ी खिंची है जिहड़ी कि AB भुजा नूं बिंदु D ते कटदी है और AC भुजा नूं बिंदु E ते कटदी है। ये सानू कथन दिता होया, ये चीज़ साडी गिवन है, दिता होया। ठीक है, इस तो बाद असीं सिद्ध इहदे विच की करना है, सिद्ध ਅਸੀਂ ਇਹ ਕਰਨਾ ਹੈ ਕਿ ਬਾਕੀ ਦੋ ਭੁਜਾਵਾਂ ਇੱਕ ਹੀ ਅਨੁਪਾਤ ਵਿੱਚ ਵੰਡੀਆਂ ਜਾਂਦੀਆਂ ਹਨ। ਭਾਵ ਜਿਹੜੀਆਂ ਇਹ ਦੋ ਭੁਜਾਵਾਂ ਨੇ ਇਹ ਇੱਕ ਹੀ ਅਨੁਪਾਤ ਵਿੱਚ ਵੰਡੀਆਂ ਜਾਣਗੀਆਂ। ਕਹਿਣ ਦਾ ਭਾਵ ਹੈ ਕਿ AD ਵਟਾ DB ਬਰਾਬਰ ਹੋਏਗਾ AE ਵਟਾ EC ਦੇ। ਠੀਕ ਹੈ, तो अगला पॉइंट है साडे कोल सिद्ध करना
तो सिद्ध सी करना है AD बटा DB बराबर AE बटा EC। ठीक है, तो इस ਨੂੰ सिद्ध करने वास्ते ਹੁਣ ਅਸੀਂ कुछ ਜਿਹੜੀ ਇਹਦੇ ਚ ਰਚਨਾ ਕਰਾਂਗੇ। ठीक है, अगला ਸਾਡੇ ਕੋਲ पॉइंट होएगा रचना। रचना ਦੇ ਵਿੱਚ ਅਸੀਂ BE ਤੇ CD ਨੂੰ ज्वाइन करांगे। BE खिंचांगे, इस तो बाद DC खिंचांगे। त्रिभुज ADE ਦੇ ਵਿੱਚ ਬਿੰਦੂ D ਤੋਂ ਸਿਖਰ D ਤੋਂ AE ਦੇ ਉੱਤੇ ਅਸੀਂ ਇੱਕ ਲੰਬ ਜਿਹੜਾ ਬਣਾਵਾਂਗੇ। ਇਸੇ ਢੰਗ ਦੇ ਨਾਲ ਬਿੰਦੂ E ਤੋਂ ਸਿਖਰ E ਤੋਂ ਸਾਹਮਣੇ ਵਾਲੀ ਭੁਜਾ AD ਦੇ ਉੱਤੇ ਅਸੀਂ ਇੱਕ ਲੰਬ ਖਿੱਚਾਂਗੇ। ठीक है, तो इन्हां दे नाम असी रख दिंदे आ। ये साडे कोल बिंदु N है और ये साडे कोल बिंदु M है। ठीक है, ये साडे कोल शिखर लंब है EN AD दे उत्ते और DM जिहड़ा है साडे कोल भुजा AE दे उत्ते शिखर लंब है। ठीक है, तो आओ इसकी जानकारी हुण असी रचना दे विच लिखांगे। B अते E नूं मिलाओ, C ਅਤੇ D ਨੂੰ ਮਿਲਾਓ, ਇਸ ਤੋਂ ਬਾਅਦ EN ਲੰਬ AD ਖਿੱਚੋ ਅਤੇ DM ਲੰਬ AE खिंचो। ठीक है, तो ये साडे कोल चार जिहड़े पॉइंट ने जो असीं रचना दे विच कीते ने कि B नूं E दे नाल ज्वाइन कीता है, C नूं D दे नाल ज्वाइन कीता है, उस तो बाद EN जिहड़ा है ये AD भुजा दे उत्ते एक असीं सिखर लंब खिंचिआ है। इसी तरह इस त्रिभुज दे शिखर D तो सामने वाली भुजा AE दे उत्ते एक शिखर लंब DM असीं खिंचिआ। DM शिखर लंब AE ਅਤੇ EN शिखर लंब AD। ठीक है, इस तो बाद हुण असीं प्रूफ जिहड़ा है वो करांगे। सबूत ਦੇ ਵਿੱਚ ਹੁਣ ਜਿਹੜੀ ਡਾਇਗਰਾਮ ਤੁਸੀਂ ਦੇਖ ਰਹੇ ਹੋ ਚਿੱਤਰ ਦੇ ਵਿੱਚ ਸਾਡੇ ਕੋਲ ਜਿਹੜੀ ਤ੍ਰਿਭੁਜ ADE ਹੈ ਇਹਦੇ ਵਿੱਚ ਅਸੀਂ ਦੋ ਸਿਖਰ ਲੰਬ ਜਿਹੜੇ EN AB ਆਧਾਰ ਦੇ ਉੱਤੇ ਅਤੇ DM AE ਆਧਾਰ ਦੇ ਉੱਤੇ ਦੋ ਸਿਖਰ ਲੰਬ ਅਸੀਂ ਬਣਾਏ ਨੇ। ਠੀਕ ਹੈ, तो त्रिभुज ਦਾ ਖੇਤਰਫਲ ਸਾਨੂੰ ਪਤਾ ਹੈ, ਅਸੀਂ ਜਾਣਦੇ ਹਾਂ ਕਿ त्रिभुज ਦਾ ਖੇਤਰਫਲ ਬਰਾਬਰ एक बटा दो गुणा आधार गुणा लंब। ठीक है, शिखर लंब या ऊंचाई। तो त्रिभुज ਦੇ ਵਿੱਚ ਜੇਕਰ ਅਸੀਂ AD ਨੂੰ ਆਧਾਰ ਮੰਨਦੇ ਹਾਂ ਤਾਂ ਇਹਦੇ ਕੋਰਸਪੋਂਡਿੰਗ ਇਹਦੇ ਸੰਗਤ ਜਿਹੜਾ ਸਾਡੇ ਕੋਲ ਸਿਖਰ ਲੰਬ ਹੋਏਗਾ ਉਹ EN ਹੋਏਗਾ। ਸੋ त्रिभुज ਦਾ ਖੇਤਰਫਲ ADE ਦਾ ਅਸੀਂ ਲਿਖ ਸਕਦੇ ਹਾਂ 1/2 ਗੁਣਾ AD ਗੁਣਾ EN। ਠੀਕ ਹੈ, ਇਸ ਲਈ ਏਰੀਆ ਆਫ ਟ੍ਰਾਇੰਗਲ ADE ਇਹ ਸਾਡੇ ਕੋਲ ਬਣ ਜਾਂਦਾ ਹੈ 1/2 ਗੁਣਾ आधार। तुसी ये वाली त्रिभुज इत्थे देख सकते हो, ये असीं अलग तौर पर भी इहनूं बनाया होया है। ठीक है, तो ADE त्रिभुज नूं ये बनाया होया ADE इहदे विच एक लंब जिहड़ा EN असीं लिखिया होया, जदों आधार असीं AD लवांगे तो इहदे कोरसपोंडिंग EN नूं शिखर लंब लवांगे। तो 1/2 गुणा AD गुणा EN। ठीक है, इसी तरह ये जिहड़ी त्रिभुज है साडे कोल BDE। ठीक है, इस त्रिभुज ਦੇ ਵਿੱਚ ਵੀ ਇਸ त्रिभुज ਨੂੰ ਤੁਸੀਂ देख सकते हो ये बनाया है। ठीक है,
ਇਹ ਸਾਡੇ ਕੋਲ BDE ਤ੍ਰਿਭੁਜ ਹੈ। BDE ਤ੍ਰਿਭੁਜ ਦੇ ਵਿੱਚ BD ਵਧੀ ਹੋਈ BD ਦੇ ਉੱਤੇ ਇਸ ਨੂੰ ਜਦੋਂ ਅਸੀਂ ਐਕਸਟੈਂਡ ਕੀਤਾ ਤਾਂ ਇੱਥੇ ਜਿਹੜਾ ਸਿਖਰ ਲੰਬ E ਸਿਖਰ ਤੋਂ ਅਸੀਂ ਖਿੱਚਿਆ ਹੈ। ਠੀਕ ਹੈ, ਤੋ ਸਾਨੂੰ ਪਤਾ ਹੈ ਤ੍ਰਿਭੁਜ ਦਾ ਜਿਹੜਾ ਸਿਖਰ ਲੰਬ ਹੈ ਉਹ ਤ੍ਰਿਭੁਜ ਦੇ ਅੰਦਰ ਵੀ ਹੋ ਸਕਦਾ ਹੈ, ਤ੍ਰਿਭੁਜ ਦੀ ਭੁਜਾ ਵੀ ਹੋ ਸਕਦਾ ਹੈ ਤੇ ਤ੍ਰਿਭੁਜ ਦੇ ਬਾਹਰ ਵੀ ਹੋ ਸਕਦਾ ਹੈ। ਤੋ E ਤੋਂ ਜੇਕਰ ਅਸੀਂ ਸਾਹਮਣੇ ਸਿਖਰ ਲੰਬ ਖਿੱਚਾਂਗੇ ਇਸ ਤਾਂ ਉਹ ਇਸ ਤ੍ਰਿਭੁਜ ਦੇ ਅੰਦਰ ਨਹੀਂ ਬਣਾਇਆ ਜਾ ਸਕਦਾ। ਤੋ ਅਸੀਂ BD ਨੂੰ ਐਕਸਟੈਂਡ ਕੀਤਾ ਇਸ ਸਾਈਡ, ਤੋ ਇਹ ਸਾਡੇ ਕੋਲ EN ਜਿਹੜਾ ਹੈ ਉਹ BD ਆਧਾਰ ਦੇ ਉੱਤੇ ਇਸ ਤ੍ਰਿਭੁਜ ਦਾ BDE ਤ੍ਰਿਭੁਜ ਦਾ ਸਿਖਰ ਲੰਬ ਹੈ। ਠੀਕ ਹੈ, ਤੋ ਇਸ ਤ੍ਰਿਭੁਜ ਦੇ ਵਿੱਚ BDE ਦਾ ਜਦੋਂ ਅਸੀਂ ਖੇਤਰਫਲ ਇੱਥੋਂ ਲਿਖਾਂਗੇ, ਆਧਾਰ ਜਿਹੜਾ ਸਾਡੇ ਕੋਲ BD ਰਹੇਗਾ ਤੇ EN ਜਿਹੜਾ ਹੈ ਉਹ ਸਾਡੇ ਕੋਲ ਇਸ ਤ੍ਰਿਭੁਜ ਦਾ ਸਿਖਰ ਲੰਬ ਰਹੇਗਾ। ਇਸ ਚੀਜ਼ ਨੂੰ ਤੁਸੀਂ ਇਸ ਡਾਇਗਰਾਮ ਦੇ ਵਿੱਚ ਚੰਗੀ ਤਰ੍ਹਾਂ ਦੇਖ ਸਕਦੇ ਹੋ। ਠੀਕ ਹੈ, ਤਾਂ ਤ੍ਰਿਭੁਜ BDE ਦਾ ਖੇਤਰਫਲ ਇਹ ਸਾਡੇ ਕੋਲ ਏਰੀਆ ਆਫ ਟ੍ਰਾਇੰਗਲ BDE ਇਸ ਢੰਗ ਦੇ ਨਾਲ ਅਸੀਂ ਲਿਖ ਲੈਂਦੇ ਹਾਂ। ਠੀਕ ਹੈ, ਇਹ ਸਾਡੇ ਕੋਲ ਬਣੇਗਾ 1/2 ਗੁਣਾ ਆਧਾਰ ਹੈ ਸਾਡੇ ਕੋਲ BD ਗੁਣਾ ਲੰਬ ਹੈ ਸਾਡੇ ਕੋਲ EN। ठीक है, तो इन्हों दोनों ਨੂੰ ਅਸੀਂ ਜੇਕਰ ਭਾਗ ਕਰਦੇ ਹਾਂ, it implies area of triangle ADE ਵਟਾ area of triangle BDE ਤਾਂ ਇਹ ਸਾਡੇ ਕੋਲ ਬਣੇਗਾ 1/2 ਗੁਣਾ AD ਗੁਣਾ EN ਵਟਾ 1/2 ਗੁਣਾ BD गुणा EN। तो EN ਦੇ ਨਾਲ EN ਕੱਟਿਆ ਜਾਏਗਾ, 1/2 ਦੇ ਨਾਲ 1/2 ਕੱਟਿਆ ਜਾਏਗਾ ਤੇ ਸਾਡੇ ਕੋਲ ਇਹ ਬਣ ਜਾਏਗਾ ਏਰੀਆ ਆਫ ਟ੍ਰਾਇੰਗਲ ADE ਬਟਾ ਏਰੀਆ ਆਫ ਟ੍ਰਾਇੰਗਲ BDE। ਠੀਕ ਹੈ, ADE ਤ੍ਰਿਭੁਜ ਦਾ ਖੇਤਰਫਲ ਬਟਾ BDE ਤ੍ਰਿਭੁਜ ਦਾ ਖੇਤਰਫਲ ਬਰਾਬਰ AD ਬਟਾ ਜਿਹੜਾ BD ਹੈ ਇਹਨੂੰ ਅਸੀਂ DB ਲਿਖ ਸਕਦੇ ਹਾਂ। ठीक है, तो AD बटा DB ਇਹਨੂੰ ਅਸੀਂ ਨੰਬਰ 1 ਜਿਹੜਾ ਇਸ ਸਮੀਕਰਨ ਨੂੰ ਮਾਰਕ ਕਰਾਂਗੇ। ਠੀਕ ਹੈ, ਇਸ ਤੋਂ ਬਾਅਦ ਹੁਣ ਅਸੀਂ ਇਹ ਤ੍ਰਿਭੁਜ ADE ਦੇ ਨਾਲ ਇਸ ਵਾਰ ਜਿਹੜੀ ਤ੍ਰਿਭੁਜ ਹੈ ਉਹ CED ਲਵਾਂਗੇ। ਠੀਕ ਹੈ, ਇਹ ਵਾਲੀ ਤ੍ਰਿਭੁਜ ਲਵਾਂਗੇ। तो ਇਹ ਤ੍ਰਿਭੁਜਾਂ ਦੋਨੋਂ ADE ਤੇ CED ਇਹਨਾਂ ਦਾ ਜਿਹੜਾ ਸਾਂਝਾ ਸਾਡੇ ਕੋਲ ਲੰਬ ਹੈ ਉਹ DM ਬਣਦਾ ਹੈ। ਠੀਕ ਹੈ, ਇਹ ਦੋਨੋਂ ਤ੍ਰਿਭੁਜਾਂ ਵੀ ਅਲੱਗ ਤੌਰ ਤੇ ਜਿਹੜੀਆਂ ਬਣਾਈਆਂ ਗਈਆਂ ਨੇ ਤੁਸੀਂ ਇੱਥੇ ਦੇਖ ਸਕਦੇ ਹੋ। ਇਹ ਸਾਡੇ ਕੋਲ ADE ਤ੍ਰਿਭੁਜ ਹੈ ਜਿਹਦੇ ਵਿੱਚ DM ਜਿਹੜਾ ਇਹਦਾ ਸਿਖਰ ਲੰਬ ਸ਼ੋ ਕੀਤਾ ਗਿਆ ਹੈ, ਔਰ ਇਹ ਸਾਡੇ ਕੋਲ CED ਤ੍ਰਿਭੁਜ ਹੈ। ਠੀਕ ਹੈ, ਜਿਹਦਾ ਕਿ ਸਿਖਰ ਲੰਬ ਪਹਿਲਾਂ ਵਾਲੀ ਤ੍ਰਿਭੁਜ BDE ਦੀ ਤਰ੍ਹਾਂ ਤ੍ਰਿਭੁਜ ਦੇ ਬਾਹਰ DM ਬਣ ਰਿਹਾ ਹੈ, ਜਿਹੜਾ ਕਿ ਵਧੇ ਹੋਏ ਆਧਾਰ CE ਦੇ ਉੱਤੇ ਤੁਸੀਂ ਦੇਖ ਸਕਦੇ ਹੋ। ਠੀਕ ਹੈ, तो इस तरह हुण त्रिभुज ADE का खेत्रफल, तो ADE का खेत्रफल पहले असी EN सिखर लंब के नाल पता किया सी, हुण असी DM सिखर लंब की वरतों करके खेत्रफल पता करांगे। तो ये साडे कोल बनेगा 1/2 जदों असी सिखर लंब DM लै रहे हैं तो इस वेले साडे कोल आधार जिहड़ा वो AE रहेगा, AE गुणा DM। ठीक है, इसी तरह त्रिभुज CED का खेत्रफल एरिया ऑफ ट्रायंगल CED त्रिभुज का खेत्रफल ये साडे कोल बनेगा 1/2 गुणा आधार साडे कोल EC है ते इहदे ते लंब जिहड़ा कि इस त्रिभुज के बाहर बनया होया है वो साडे कोल DM है। ठीक है, तो इन्होंने दोनों भी असी भाग करांगे बिल्कुल जिवें पहला त्रिभुजां के खेत्रफल नूं असी भाग कीता तो ये साडे कोल बन जाएगा, इट इंप्लाइज एरिया ऑफ ट्रायंगल ADE त्रिभुज का खेत्रफल वटा त्रिभुज CED का खेत्रफल ये साडे कोल बनेगा 1/2 गुणा AE गुणा DM वटा 1/2 गुणा EC गुणा DM। तो DM के नाल DM कटिया जाएगा, 1/2 के नाल 1/2 कटिया जाएगा तो ये साडे कोल बन जाएगा त्रिभुज ADE का खेत्रफल वटा त्रिभुज CED का खेत्रफल बराबर AE
बटा EC। ठीक है, ये साडे कोल है समीकरण 2। ठीक, तो ये साडे कोल समीकरण 1 सी, ये साडे कोल समीकरण 2 है। ठीक है, तो समीकरण 1 ਅਤੇ 2 ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਖੱਬੇ ਪਾਸੇ ਜਿਹੜੀਆਂ ਸਾਨੂੰ ਐਕਸਪ੍ਰੈਸ਼ਨ ਦਿੱਤੇ ਹੋਏ ਆ, ਖੱਬੇ ਪਾਸੇ ਸਾਡੇ ਕੋਲ ਅੰਸ਼ ਦੇ ਵਿੱਚ ਦੋਨਾਂ ਦੇ ਵਿੱਚ ਤ੍ਰਿਭੁਜ ADE ਦਾ ਖੇਤਰਫਲ ਹੈ, ADE ਦਾ ਖੇਤਰਫਲ ਹੈ, ਔਰ ਇਹ ਸਾਡੇ ਕੋਲ ਤ੍ਰਿਭੁਜ CED ਦਾ ਖੇਤਰਫਲ ਹੈ ਤੇ BED ਦਾ ਖੇਤਰਫਲ ਹੈ। ਇਹ ਦੋਨੋਂ ਜਿਹੜੀਆਂ ਤ੍ਰਿਭੁਜਾਂ ਨੇ, ਅਗਰ ਅਸੀਂ ਡਾਇਗਰਾਮ ਦੇ ਵਿੱਚ ਦੇਖਦੇ ਹਾਂ, ਚਿੱਤਰ ਦੇ ਵਿੱਚ ਅਸੀਂ ਦੇਖਦੇ ਹਾਂ BDE ਤੇ CED, ਇਹਨਾਂ ਦੋਨਾਂ ਦਾ ਜਿਹੜਾ ਆਧਾਰ ਹੈ ਉਹ ਸਾਡੇ ਕੋਲ DE ਹੈ, ਸਾਂਝਾ ਆਧਾਰ ਹੈ। ਤੇ ਇਹ ਦੋਨੋਂ ਹੀ ਤ੍ਰਿਭੁਜਾਂ ਜਿਹੜੀਆਂ ਨੇ BDE ਤੇ CED ਤ੍ਰਿਭੁਜਾਂ, ਇਹ ਦੋਨੋਂ ਹੀ ਇੱਕ ਹੀ ਆਧਾਰ DE ਉੱਤੇ ਸਥਿਤ ਨੇ ਅਤੇ ਦੋਨੋਂ ਸਮਾਨਾਂਤਰ ਰੇਖਾਵਾਂ DE ਅਤੇ BC ਦੇ ਵਿਚਕਾਰ ਸਥਿਤ ਨੇ। ਤਾਂ ਜਦੋਂ ਵੀ ਦੋ ਤ੍ਰਿਭੁਜਾਂ ਸਾਡੇ ਕੋਲ ਇੱਕ ਹੀ ਆਧਾਰ ਅਤੇ ਸਮਾਨਾਂਤਰ ਰੇਖਾਵਾਂ ਦੇ ਵਿਚਕਾਰ ਸਥਿਤ ਹੋਣ ਤਾਂ ਉਹਨਾਂ ਦਾ ਜਿਹੜਾ ਖੇਤਰਫਲ ਹੈ ਉਹ ਸਾਡੇ ਕੋਲ ਬਰਾਬਰ ਹੁੰਦਾ ਹੈ। ਕਹਿਣ ਦਾ ਭਾਵ ਹੈ ਕਿ ਸਾਡੇ ਕੋਲ BDE ਤ੍ਰਿਭੁਜ ਦਾ ਖੇਤਰਫਲ ਤੇ CED ਤ੍ਰਿਭੁਜ ਦਾ ਖੇਤਰਫਲ ਇਹ ਦੋਨੋਂ ਹੀ ਬਰਾਬਰ ਹੋਣਗੇ। ਸੋ ਅਸੀਂ ਇੱਥੇ ਲਿਖਾਂਗੇ ਕਿਉਂਕਿ ਤ੍ਰਿਭੁਜ CED ਅਤੇ ਤ੍ਰਿਭੁਜ BDE ਇੱਕ ਹੀ ਆਧਾਰ DE ਅਤੇ ਸਮਾਨਾਂਤਰ ਰੇਖਾਵਾਂ DE ਅਤੇ BC ਵਿਚਕਾਰ ਸਥਿਤ ਹਨ। ਇਸ ਲਈ ਤ੍ਰਿਭੁਜ CED ਦਾ ਖੇਤਰਫਲ, ਏਰੀਆ ਆਫ ਟ੍ਰਾਇੰਗਲ CED, ਇਹ ਸਾਡੇ ਕੋਲ ਬਰਾਬਰ ਹੋਏਗਾ ਏਰੀਆ ਆਫ ਟ੍ਰਾਇੰਗਲ BDE। ਠੀਕ ਹੈ, ਤ੍ਰਿਭੁਜ BED ਦੇ ਖੇਤਰਫਲ ਦੇ ਬਰਾਬਰ। ਠੀਕ ਹੈ, तो ये साडे कोल इहनूं असीं 3 मान लैंदे हां। ठीक है, तो समीकरण 1 2 ਅਤੇ 3 ਦੇ ਵਿੱਚ ਅਸੀਂ ਦੇਖ ਸਕਦੇ ਹਾਂ ਕਿ ਜਿਹੜੇ ਸਾਡੇ ਕੋਲ 2 ਤੇ 1 ਦੇ ਖੱਬੇ ਪਾਸੇ ਨੇ, ਖੱਬੇ ਪਾਸੇ ਦੇ ਵਿੱਚ ਸਾਡੇ ਕੋਲ ਲੈਫਟ ਹੈਂਡ ਸਾਈਡ ਦੇ ਵਿੱਚ ADE ਹੈ, ਅੰਸ਼ ਦੇ ਵਿੱਚ ਹਰ ਦੇ ਵਿੱਚ ਸਾਡੇ ਕੋਲ CED ਤੇ BED ਹੈ। CED ਤੇ BED ਦਾ ਖੇਤਰਫਲ ਜਿਹੜਾ ਉਹ ਸਾਡੇ ਕੋਲ ਸਮੀਕਰਨ 3 ਦੇ ਅਨੁਸਾਰ ਬਰਾਬਰ ਹੈ। ਕਹਿਣ ਦਾ ਭਾਵ ਹੈ ਕਿ ਸਮੀਕਰਨ 1 ਅਤੇ ਸਮੀਕਰਨ 2 ਦਾ ਜਿਹੜਾ ਸਾਡੇ ਕੋਲ ਖੱਬਾ ਪਾਸਾ ਹੈ, ਦੋਨਾਂ ਦਾ ਲੈਫਟ ਹੈਂਡ ਸਾਈਡਸ ਨੇ ਉਹ ਬਰਾਬਰ ਨੇ, ਇਸ ਲਈ ਸਾਡੇ ਕੋਲ ਸੱਜੇ ਪਾਸੇ ਵੀ ਇਹਨਾਂ ਦੇ ਬਰਾਬਰ ਹੋਣਗੇ। ਠੀਕ ਹੈ, तो ਅਸੀਂ ਇੱਥੇ ਲਿਖਾਂਗੇ इस तरह समीकरण 1 2 ਅਤੇ 3 ਤੋਂ इस तरह समीकरण 1 2 ਅਤੇ 3 ਤੋਂ ਅਸੀਂ ਕਹਿ ਸਕਦੇ ਹਾਂ ਕਿ AD ਵਟਾ DB ਬਰਾਬਰ ਹੈ AE ਵਟਾ EC ਦੇ। AE ਵਟਾ EC। ठीक है, सिद्ध किया, ਇਹਦੇ ਨਾਲ ਸਾਡੇ ਕੋਲ मूल समान अनुपात ਦਾ ਥਿਉਰਮ ਜਿਹੜੀ ਹੈ ਉਹ सिद्ध हो ਜਾਂਦੀ ਹੈ। ठीक है स्टूडेंट्स, तो एक बार ਅਸੀਂ देख ਲੈਂਦੇ ਹਾਂ। ਫਿਰ ਇਹ ਸਾਡੇ ਕੋਲ ਪ੍ਰਮੇय ਦੀ ਪਰਿਭਾਸ਼ਾ ਸੀ। ਠੀਕ ਹੈ, ਪਰਿਭਾਸ਼ਾ ਤੋਂ ਬਾਅਦ ਅਸੀਂ ਸਭ ਤੋਂ ਪਹਿਲਾਂ ਜੋ ਸਾਨੂੰ ਦਿੱਤਾ ਹੋਇਆ ਸੀ ਉਹ ਸੀ ਲਿਖਿਆ, ਉਹਦੇ ਅਕੋਰਡਿੰਗ ਜਿਹੜਾ ਚਿੱਤਰ ਅਸੀਂ ਬਣਾਇਆ। ਠੀਕ ਹੈ, ਫਿਰ ਇਹਦੇ ਜੋ ਸਿੱਧ ਕਰਨਾ ਸੀ, ਜੋ ਰਚਨਾ ਸੀ ਤੇ ਸਬੂਤ ਉਸ ਤੋਂ ਬਾਅਦ ਅਸੀਂ ਕੀਤਾ ਹੈ, ਜਿਹਦੇ ਨਾਲ ਸਾਡੇ ਕੋਲ ਪਰਿਭਾਸ਼ਾ ਦੇ ਵਿੱਚ ਜੋ ਸਾਨੂੰ ਚੀਜ਼ਾਂ ਕਹੀਆਂ ਸੀ ਉਹ ਅਸੀਂ ਸਿੱਧ ਕੀਤੀਆਂ ਨੇ ਕਿ ਜੇਕਰ ਕਿਸੇ ਤ੍ਰਿਭੁਜ ਦੇ ਵਿੱਚ ਇੱਕ ਭੁਜਾ ਦੇ ਸਮਾਨਾਂਤਰ ਦੂਜੀਆਂ ਦੋਨੋਂ ਭੁਜਾਵਾਂ ਨੂੰ ਭਿੰਨ-ਭਿੰਨ ਬਿੰਦੂਆਂ ਤੇ ਕੱਟਦੀ ਹੋਈ ਰੇਖਾ ਖਿੱਚੀ ਜਾਵੇ ਤਾਂ ਦੂਜੀਆਂ ਦੋਨੋਂ ਭੁਜਾਵਾਂ ਸਮਾਨ ਅਨੁਪਾਤ ਦੇ ਵਿੱਚ ਵੰਡੀਆਂ ਜਾਂਦੀਆਂ ਹਨ। AD ਵਟਾ DB ਤੇ AE ਵਟਾ EC ਸਾਡੇ ਕੋਲ ਹੋਏਗਾ। ਠੀਕ ਹੈ, तो ਕਿਸੇ ਵੀ ਥਿਉਰਮ ਨੂੰ ਕਰਨ ਦੇ ਲਈ ਥਿਉਰਮ ਦੇ ਜਿਹੜੇ ਸਾਰੇ ਪਾਰਟ ਨੇ ਸਾਰੇ ਬਹੁਤ ਜ਼ਰੂਰੀ ਹੁੰਦੇ ਨੇ। ਜੇ ਤੁਹਾਡੇ ਕੋਲੇ 5 ਮਾਰਕ ਦਾ ਕੁਐਸਚਨ ਆਦਾ ਹੈ, ਉਹਦੇ ਚੋਂ ਹਾਫ ਮਾਰਕ ਦੀ ਜਿਹੜੀ ਤੁਹਾਡੇ ਕੋਲ ਦਿੱਤਾ ਹੈ ਚਿੱਤਰ ਸਿੱਧ ਕਰਨਾ ਤੇ ਰਚਨਾ, 2 ਨੰਬਰ ਦਾ ਤੁਹਾਡੇ ਕੋਲ ਇਸੇ ਪੋਰਸ਼ਨ ਦੇ ਵਿੱਚੋਂ ਬਣ ਜਾਂਦੇ। ਉਸ ਤੋਂ ਬਾਅਦ ਜਿਹੜਾ ਸਬੂਤ ਹੈ ਉਹ ਤੁਹਾਨੂੰ 3 ਨੰਬਰ ਦਾ, 3 ਨੰਬਰ ਜਿਹੜੇ 3 ਅੰਕ ਨੇ ਉਹ ਸਬੂਤ ਦੇ ਮਿਲਦੇ ਨੇ। ਠੀਕ ਹੈ, तो ਥਿਉਰਮ ਦਾ ਹਰ ਇੱਕ ਪਾਰਟ ਬਹੁਤ ਜ਼ਰੂਰੀ ਹੈ ਪੇਪਰ ਦੇ ਵਿੱਚ ਕਰਨ ਲਈ, ਤਾਂ ਕਿ ਤੁਹਾਨੂੰ ਪੂਰੇ ਅੰਕ ਜਿਹੜੇ ਉਹ ਮਿਲਣ। ਠੀਕ ਹੈ।
ਸੋ ਆਓ ਇਸ ਤੋਂ ਬਾਅਦ ਮੂਲ ਸਮਾਨ ਅਨੁਪਾਤਾਂ ਪ੍ਰਮੇय ਦੇ ਉੱਤੇ ਆਧਾਰਿਤ ਕੁਝ ਸਵਾਲ ਅਸੀਂ ਹੱਲ ਕਰਾਂਗੇ। ਸਕਰੀਨ ਦੇ ਉੱਤੇ ਤੁਸੀਂ ਦੇਖ ਰਹੇ ਹੋ ਕਿ ਚਿੱਤਰ 1 ਅਤੇ 2 ਵਿੱਚ DE ਸਮਾਨਾਂਤਰ BC ਹੈ। ਜਿਵੇਂ ਇਹ ਤੁਸੀਂ ਡਾਇਗਰਾਮ ਦੇਖ ਰਹੇ ਹੋ ਟ੍ਰਾਇੰਗਲ ABC, ਇਹਦੇ ਵਿੱਚ DE ਜਿਹੜੀ ਹੈ ਉਹ ਭੁਜਾ BC ਦੇ ਸਮਾਨਾਂਤਰ ਹੈ। ਇਸ ਟ੍ਰਾਇੰਗਲ ਦੇ ਵਿੱਚ ਵੀ, ਇਸ ਤ੍ਰਿਭੁਜ ਦੇ ਵਿੱਚ ਵੀ DE ਜਿਹੜਾ ਹੈ ਉਹ BC ਦੇ ਸਮਾਨਾਂਤਰ ਹੈ। ਇੱਕ ਵਿੱਚ EC, ਇਸ ਡਾਇਗਰਾਮ ਦੇ ਵਿੱਚ EC ਅਤੇ 2 ਵਿੱਚ AD ਦਾ ਮੁੱਲ ਪਤਾ ਕਰੋ, ਅਤੇ ਦੂਸਰੀ ਜਿਹੜੀ ਡਾਇਗਰਾਮ ਹੈ ਸਾਡੇ ਕੋਲ ਚਿੱਤਰ ਹੈ ਦੂਸਰਾ, ਉਹਦੇ ਵਿੱਚ AD ਦਾ ਜਿਹੜਾ ਮੁੱਲ ਹੈ ਉਹ ਅਸੀਂ ਪਤਾ ਕਰਨਾ ਹੈ। ਤਾਂ ਆਓ ਦੇਖਦੇ ਹਾਂ ਕਿਵੇਂ ਅਸੀਂ ਬੇਸਿਕ ਪ੍ਰੋਪੋਰਸ਼ਨੈਲਿਟੀ ਥਿਊਰਮ ਜਾਂ ਥੇਲਸ ਥਿਊਰਮ ਨੂੰ ਯੂਜ਼ ਕਰਕੇ ਇਹ ਅਸੀਂ ਪਤਾ ਕਰ ਸਕਦੇ ਹਾਂ। ਠੀਕ ਹੈ, ਤਾਂ ਸਭ ਤੋਂ ਪਹਿਲਾਂ ਅਸੀਂ ਪਹਿਲਾ ਸਵਾਲ ਇਹਦੇ ਵਿੱਚ ਕਰਾਂਗੇ। ਠੀਕ ਹੈ, ਮੰਨ ਲਓ EC ਬਰਾਬਰ X, ਮੰਨ ਲਓ EC ਬਰਾਬਰ X। ਠੀਕ ਹੈ, EC ਨੂੰ ਅਸੀਂ X ਮੰਨ ਲਿਆ। ਉਸ ਤੋਂ ਬਾਅਦ ਕਿਉਂਕਿ DE ਜਿਹੜਾ ਹੈ ਉਹ ਸਾਡੇ ਕੋਲ BC ਦੇ ਸਮਾਨਾਂਤਰ ਹੈ, ਕਿਉਂਕਿ DE ਸਮਾਨਾਂਤਰ BC ਹੈ, ਸੋ ਮੂਲ ਸਮਾਨ ਅਨੁਪਾਤਾ ਥਿਊਰਮ ਦੇ ਅਨੁਸਾਰ ਮੂਲ ਸਮਾਨ ਅਨੁਪਾਤਾ ਥਿਊਰਮ ਦੇ ਅਨੁਸਾਰ ਕੀ ਹੋਏਗਾ, ਸਾਡੇ ਕੋਲ ਜਿਹੜੇ D ਤੇ E ਪੁਆਇੰਟ ਨੇ ਇਹ ਦੋਨੋਂ ਭੁਜਾਵਾਂ ਨੂੰ ਸਮਾਨ ਅਨੁਪਾਤ ਦੇ ਵਿੱਚ ਵੰਡਦੇ ਹੋਣਗੇ। ਤਾਂ AD ਵਟਾ DB ਬਰਾਬਰ ਹੋ ਜਾਏਗਾ AE ਵਟਾ EC। ਠੀਕ ਹੈ, AD ਬਟਾ DB ਬਰਾਬਰ AE ਵਟਾ EC। तो ਇਹਨਾਂ ਦੀਆਂ ਕੀਮਤਾਂ ਸਾਨੂੰ ਪਤਾ ਨੇ, ਇਹਦੇ ਤੋਂ ਸਾਡੇ ਕੋਲ ਆ ਜਾਏਗਾ AD ਦੀ ਕੀਮਤ ਤੁਸੀਂ ਦੇਖ ਸਕਦੇ ਹੋ 1.5 ਸੈਂਟੀਮੀਟਰ ਹੈ, तो 1.5 ਅਸੀਂ ਇੱਥੇ ਲਿਖ ਲਵਾਂਗੇ 1.5, ਇਹ 3 ਆ ਜਾਏਗਾ ਬਰਾਬਰ AE ਸਾਡੇ ਕੋਲ 1 ਸੈਂਟੀਮੀਟਰ ਹੈ, 1 ਲਿਖਾਂਗੇ ਇੱਥੇ, ਔਰ EC ਦੀ ਕੀਮਤ ਜਿਹੜੀ ਅਸੀਂ ਅਜ਼ਿਊਮ ਕੀਤੀ ਹੈ ਮੰਨ ਲਈ ਹੈ X। ਠੀਕ ਹੈ, तो ਹੁਣ ਇਹਦੇ ਵਿੱਚ ਅਸੀਂ ਤਿਰਛੀ ਗੁਣਾ ਕਰਾਂਗੇ X ਦੀ ਕੀਮਤ ਪਤਾ ਕਰਨ ਦੇ ਲਈ। ਇਹ ਸਾਡੇ ਕੋਲ ਹੋ ਜਾਏਗਾ 1.5x 1.5x ਇਕੁਅਲਸ ਟੂ ਬਰਾਬਰ 3 ਨੂੰ 1 ਨਾਲ ਗੁਣਾ ਕਰਾਂਗੇ ਤਾਂ ਸਾਡੇ ਕੋਲ 3 ਆਏਗਾ। ਠੀਕ ਹੈ, ਸੋ ਇਹਦੇ ਵਿੱਚ x ਦੀ ਕੀਮਤ ਜਿਹੜੀ ਪਤਾ ਕਰਨ ਦੇ ਲਈ ਅਸੀਂ 3 ਨੂੰ 1.5 ਦੇ ਨਾਲ ਭਾਗ ਕਰ ਦਿਆਂਗੇ, 1.5 ਦੇ ਨਾਲ ਡਿਵਾਈਡ ਕਰ ਦਿਆਂਗੇ। ਠੀਕ ਹੈ, ਸੋ ਇਹਦੇ ਵਿੱਚ ਦਸ਼ਮਲਵ ਨੂੰ ਹਰ ਦੇ ਵਿੱਚੋਂ ਹਟਾਉਣ ਦੇ ਲਈ ਅਸੀਂ ਹਰ ਨੂੰ 10 ਦੇ ਨਾਲ ਗੁਣਾ ਕਰਦੇ ਹਾਂ। तो 10 ਨਾਲ ਹਰ ਨੂੰ ਗੁਣਾ ਕਰਾਂਗੇ ਤਾਂ ਸਾਨੂੰ ਅੰਸ਼ ਨੂੰ ਵੀ ਜਿਹੜਾ 10 ਦੇ ਨਾਲ ਗੁਣਾ ਕਰਨਾ ਪਏਗਾ। ਠੀਕ ਹੈ, तो ਇਹ ਸਾਡੇ ਕੋਲ ਬਣ ਜਾਏਗਾ 30/15। ਠੀਕ ਹੈ, 30/15 ਇਹ ਸਾਡੇ ਕੋਲ 2 ਆ ਜਾਂਦਾ ਹੈ। ਸੋ ਇਸ ਤਰ੍ਹਾਂ x ਦੀ ਜਿਹੜੀ ਕੀਮਤ ਹੈ ਉਹ ਸਾਡੇ ਕੋਲ ਆ ਜਾਂਦੀ ਹੈ 2 ਸੈਂਟੀਮੀਟਰ। ਭਾਵ ਕਿ ਜਿਹੜੀ ਸਾਨੂੰ ਲੰਬਾਈ EC ਕੱਢਣ ਵਾਸਤੇ ਕਿਹਾ ਗਿਆ ਸੀਗਾ, EC ਦਾ ਮਾਪ ਪਤਾ ਕਰਨ ਵਾਸਤੇ ਕਿਹਾ ਗਿਆ ਸੀ, ਉਹ EC ਦੀ ਲੰਬਾਈ ਜਿਹੜੀ ਹੈ ਉਹ ਸਾਡੇ ਕੋਲ 2 ਸੈਂਟੀਮੀਟਰ ਬਣਦੀ ਹੈ। ਠੀਕ ਹੈ, तो ਇਸ ਤਰ੍ਹਾਂ ਥੇਲਸ ਥਿਊਰਮ ਨੂੰ ਯੂਜ਼ ਕਰਕੇ, ਥੇਲਸ ਥਿਊਰਮ ਦੀ ਵਰਤੋਂ ਕਰਕੇ ਆਪਾਂ ਜਿਹੜਾ ਪੋਰਸ਼ਨ ਸਾਨੂੰ ਨਹੀਂ ਪਤਾ ਸੀ ਉਸ ਦੀ ਆਪਾਂ ਲੰਬਾਈ ਜਿਹੜੀ ਪਤਾ ਕੀਤੀ ਹੈ। तो ਇਸੇ ਵੇ ਦੇ ਵਿੱਚ ਆਪਾਂ ਦੂਸਰੀ ਜਿਹੜੀ ਸਾਡੇ ਕੋਲ ਤ੍ਰਿਭੁਜ ਹੈ ਇਹਦੇ ਵਿੱਚ ਅਸੀਂ AD ਦਾ ਮਾਪ ਪਤਾ ਕਰ ਸਕਦੇ ਹਾਂ। ਇਹ ਸਵਾਲ ਤੁਸੀਂ ਆਪਣੇ ਆਪ ਕਰੋਗੇ, ਇਸ ਤੋਂ ਬਾਅਦ ਅਸੀਂ ਹੋਰ ਅਗਲਾ ਸਵਾਲ ਦੇਖਾਂਗੇ। ਇਸ ਤੋਂ ਬਾਅਦ ਇਹ ਸਵਾਲ ਸਾਡੇ ਕੋਲ ਮੂਲ ਸਮਾਨ ਅਨੁਪਾਤਾ ਥਿਊਰਮ ਤੇ ਆਧਾਰਿਤ ਹੈ। ਇਹਨੂੰ ਅਸੀਂ ਦੇਖਦੇ ਹਾਂ ਕਿਵੇਂ ਹੱਲ ਕਰਨਾ ਹੈ। ਚਿੱਤਰ ਵਿੱਚ DE ਸਮਾਨਾਂਤਰ AC ਹੈ। ਜਿਹੜਾ DE ਸਾਡੇ ਕੋਲ ਰੇਖਾਖੰਡ ਹੈ ਇਹ AC ਦੇ ਸਮਾਨਾਂਤਰ ਹੈ। ਠੀਕ ਹੈ, DF ਸਮਾਨਾਂਤਰ AE ਹੈ। ਜਿਹੜਾ DF ਹੈ ਇਹ ਸਾਡੇ ਕੋਲ AE ਦੇ ਸਮਾਨਾਂਤਰ ਹੈ। ਠੀਕ ਹੈ, सिद्ध करो कि BF बटा FE BF बटा FE बराबर है BE बटा EC ਦੇ। ਠੀਕ ਹੈ, ਇਸ ਚਿੱਤਰ ਦੇ ਵਿੱਚ ਸਾਨੂੰ ਦੋ ਤ੍ਰਿਭੁਜਾਂ ਜਿਹੜੀਆਂ ਇੱਕ ਤਰ੍ਹਾਂ ਦੇ ਨਾਲ ਅਸੀਂ ਇੱਥੇ ਦੇਖ ਸਕਦੇ ਹਾਂ, ਜਿਵੇਂ ABE ਤ੍ਰਿਭੁਜ ਹੈ ਤੇ ਦੂਸਰੀ ਤ੍ਰਿਭੁਜ ਜਿਹੜੀ ਸਾਡੇ ਕੋਲ ABC ਤ੍ਰਿਭੁਜ ਹੈ। ਠੀਕ ਹੈ, ਤਾਂ ABE ਤ੍ਰਿਭੁਜ ਦੇ ਵਿੱਚ ਜਿਹੜਾ DF ਹੈ AE ਦੇ ਸਮਾਨਾਂਤਰ ਹੈ। ਠੀਕ ਹੈ, ਇਹਨੂੰ ਥੋੜਾ ਜਿਹਾ ਆਪਾਂ ਹੋਰ ਕਲਰ ਦੇ ਵਿੱਚ ਸ਼ੋ ਕਰ ਲੈਂਦੇ ਹਾਂ, ਈਜ਼ੀ ਰਹੇਗਾ ਸਮਝਣਾ। ठीक है, तो तुसी देख सकते हो ब्लैक कलर ਦੇ ਵਿੱਚ ਤੁਹਾਨੂੰ ਇਹ ਸ਼ੋ ਹੋ ਰਹੀ ਹੋਏਗੀ ਇਹ ਵਾਲੀ ਤ੍ਰਿਭੁਜ। ਪਹਿਲੇ ਅਸੀਂ ਇਹ ਵਾਲੀ ਤ੍ਰਿਭੁਜ ਲਵਾਂਗੇ। ਠੀਕ ਹੈ, तो त्रिभुज ABE ਦੇ ਵਿੱਚ
DF समानांतर AE है, इसलिए मूल समानुपाता थ्योरम के अनुसार साडे कोल आ जाएगा BD बटा DA बराबर BF बटा FE। ठीक है, इनू असीं नंबर 1 मार्क कर लेंगे। ठीक है, इस तो बाद दूसरी जिहड़ी त्रिभुज है साडे कोल ओहदियां साइड्स असीं देखदे हां। ठीक है विद्यार्थियों, तो हुण तुसीं डायग्राम जिहड़ी ABC नूं ब्लैक कलर दे विच देख सकदे हो, काले रंग दे विच। तो ABC त्रिभुज दे विच जिहड़ा DE साडे कोल है ये AC दे समानांतर है, इसलिए BD बटा DA बराबर BE बटा EC हो जाएगा। ठीक है, हुण त्रिभुज ABC विच या BAC विच DE समानांतर है AC दे। ठीक है, DE समानांतर AC है, इसलिए BD बटा DA इसलिए BD बटा DA ये बराबर होएगा BE बटा EC। ठीक है, BE बटा EC होएगा। ठीक है, इनू असीं समीकरण 2 मान लेंगे। ਹੁਣ समीकरण 1 ਅਤੇ 2 ਤੋਂ ਤੁਸੀਂ ਦੇਖ ਸਕਦੇ ਹੋ ਕਿ ਖੱਬੇ ਪਾਸੇ ਇਹਨਾਂ ਦੇ ਬਰਾਬਰ ਨੇ, ਲੈਫਟ ਹੈਂਡ ਸਾਈਡਸ ਜਿਹੜੀਆਂ ਉਹ ਇਕੁਅਲ ਨੇ, तो ਸੱਜੇ ਪਾਸੇ ਵੀ ਬਰਾਬਰ ਹੋਣੇ ਚਾਹੀਦੇ ਨੇ। ਠੀਕ ਹੈ, समीकरण 1 ਅਤੇ 2 ਤੋਂ ਕੀ ਬਣਦਾ समीकरण 1 ਅਤੇ 2 ਤੋਂ? ਖੱਬੇ ਪਾਸੇ ਬਰਾਬਰ ਨੇ ਤਾਂ ਸੱਜੇ ਪਾਸੇ ਵੀ ਬਰਾਬਰ ਹੋਣਗੇ। ਭਾਵ BF बटा FE बराबर है BE बटा EC। ठीक है, तो इस तरह ये जिहड़ा रिजल्ट सी आपां सिद्ध करना सी, सिद्ध कीता। ਸੋ ਮੈਨੂੰ ਪੂਰੀ ਉਮੀਦ ਹੈ ਅੱਜ ਦੇ ਲੈਸਨ ਨੂੰ ਤੁਸੀਂ ਬਹੁਤ ਚੰਗੇ ਢੰਗ ਦੇ ਨਾਲ ਸਮਝਿਆ ਹੋਵੇਗਾ। ਮੂਲ ਸਮਾਨ ਅਨੁਪਾਤਾ ਥਿਊਰਮ ਦੀ ਪਰਿਭਾਸ਼ਾ, ਉਹਦੇ ਵਿੱਚ ਜੋ ਵੀ ਅਸੀਂ ਸਟੈਪ ਕੀਤੇ ਨੇ ਉਹਨੂੰ ਸਿੱਧ ਕਰਨ ਦੇ ਲਈ ਹਰ ਇੱਕ ਚੀਜ਼ ਨੂੰ ਤੁਸੀਂ ਨੋਟ ਵੀ ਕੀਤਾ ਹੋਵੇਗਾ। ਠੀਕ ਹੈ ਵਿਦਿਆਰਥੀਓ, ਤਾਂ ਅੱਜ ਦੇ ਲਈ ਇੰਨਾ ਹੀ। ਇਸ ਤੋਂ ਬਾਅਦ ਫਿਰ ਅਗਲੇ ਲੈਸਨ ਦੇ ਵਿੱਚ ਅਗਲੀ ਥਿਊਰਮ ਦੇ ਨਾਲ ਫਿਰ ਮਿਲਾਂਗੇ। ਉਦੋਂ ਤੱਕ ਸਤਿ ਸ਼੍ਰੀ ਅਕਾਲ।